ਜਾਣਾ ਹਰ ਕੋਈ ਚਾਹੁੰਦਾ ਆ, ਕਈਆਂ ਕੋਲ ਸਕਿੱਲਸ ਵੀ ਹੁੰਦੀਆਂ, ਲੇਕਿਨ ਕਿਸ ਤਰੀਕੇ ਦੇ ਨਾਲ ਫਿਰ ਉਹ ਆਪਣਾ ਸੋਲੂਸ਼ਨ ਕੱਢ ਸਕਦੇ ਨੇ। ਕਿ ਅਗੇ ਤੁਸੀਂ ਬਣਾਓ ਇੱਕ ਵਾਰੀ ਪ੍ਰੋਫਾਈਲ, ਉਹਦੀ ਵੇਟ ਕਰੋ ਜਿੰਨਾ ਵੀ ਤੁਹਾਡਾ ਸਕੋਰ ਹੈ ਕਿ ਕੁਛ ਨਹੀਂ ਆਉਂਦਾ। ਹਾਂ, ਨਾਲ ਦੀ ਨਾਲ ਤੁਸੀਂ ਟਰਾਈ ਕਰ ਸਕਦੇ ਹੋ, ਤੁਸੀਂ ਆਪਣੇ ਆਇਲਸ ਦੇ ਸਕੋਰ 'ਤੇ ਕੰਮ ਕਰ ਸਕਦੇ ਹੋ। ਜੇ ਮੈਰਿਡ ਹੋ ਤਾਂ ਆਪਣੇ ਪਾਰਟਨਰ ਦੇ ਸਕੋਰ 'ਤੇ ਕੰਮ ਕਰ ਸਕਦੇ ਹੋ। ਤੁਸੀਂ ਫਰੈਂਚ ਲੈਂਗੁਏਜ 'ਤੇ ਵਰਕਆਊਟ ਕਰ ਸਕਦੇ ਹੋ। ਉਹ ਤੋਂ ਇਲਾਵਾ ਤੁਸੀਂ ਕੈਨੇਡੀਅਨ ਜੋਬ ਆਫਰ 'ਤੇ ਕੰਮ ਕਰ ਸਕਦੇ ਹੋ। ਅਸੀਂ ਦਿਮਾਗ 'ਚ ਇੱਕ ਚੀਜ਼ ਬਿਠਾਈ ਹੈ, 777 ਵਾਲਿਆਂ ਨੂੰ ਹੀ ਮਿਲਦਾ ਹੈ ਜਾਂ ਕਿਸੇ ਦਾ ਬਲੱਡ ਰਿਲੇਸ਼ਨ ਹੈ, ਸਿਰਫ ਉਹੀ ਜਾ ਸਕਦਾ। ਤਾਂ ਇਹ ਬਹੁਤ ਸਾਰੀਆਂ ਕਨਫਿਊਜ਼ਨਾਂ ਨੇ, ਜਿਹਦੇ ਕਰਕੇ ਅਸੀਂ ਮੋਸਟਲੀ ਕਹਿ ਲਓ ਕਿ ਕਈ ਵਾਰੀ ਬਹੁਤ ਸਾਰੇ ਸਕੈਮਸ ਦਾ ਵੀ ਸ਼ਿਕਾਰ ਹੋ ਜਾਂਦੇ ਹਾਂ ਕਿ ਜੀ ਕੈਨੇਡਾ ਦਾ ਇੱਦਾਂ ਵੀਜ਼ਾ ਲੱਗਦਾ, ਕੈਨੇਡਾ ਦਾ ਉੱਦਾਂ ਵੀਜ਼ਾ ਲੱਗਦਾ। ਆਪਾਂ ਬਹੁਤ ਸੁਣਦੇ ਹਾਂ ਕਿ ਜੀ ਬੈਕਲੌਗ ਬਹੁਤ ਵੱਡਾ, ਉਹਨਾਂ ਕੋਲ 2.5 ਮਿਲੀਅਨ ਦਾ ਬੈਕਲੌਗ ਹੋ ਗਿਆ ਇਸ ਟਾਈਮ ਤੱਕ। ਬਟ ਉਹਨਾਂ ਨੇ ਇਹ ਵੀ ਐਡਰੈਸ ਕੀਤਾ ਕਿ ਸਾਡਾ ਬੈਕਲੌਗ ਨੂੰ ਕਲੀਅਰ ਕਰਨ ਲਈ ਵੱਖਰਾ ਸਿਸਟਮ ਚੱਲ ਰਿਹਾ, ਜਿਹੜੀਆਂ ਨਵੀਆਂ ਐਪਲੀਕੇਸ਼ਨ ਨੇ ਉਹਦੇ ਲਈ ਵੱਖਰਾ ਸਿਸਟਮ ਚੱਲ ਰਿਹਾ। ਬਹੁਤ ਸਾਰੇ ਲੋਕ ਨੇ ਜਿਹੜੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਹਾਲੇ ਵੀ ਵੇਟ ਕਰਦੇ ਪਏ ਨੇ। ਕੋਵਿਡ ਦੇ ਦੌਰਾਨ ਜਿਹੜੇ ਇਹ ਐਕਸਪ੍ਰੈਸ ਐਂਟਰੀ ਜਿਹੜੀ ਸੀਗੀ ਉਹ ਬੰਦ ਹੋ ਚੁੱਕੀ ਸੀਗੀ, ਅਤੇ ਕੈਨੇਡਾ ਦੇ ਵਿੱਚ ਲੋਕ ਜਾਣਾ ਚਾਹੁੰਦੇ ਨੇ, ਲੇਕਿਨ ਕਿਸ ਤਰੀਕੇ ਦੇ ਨਾਲ ਜਾ ਸਕਦੇ ਨੇ ਅਤੇ ਕਦੋਂ ਇਹ ਜਿਹੜੀ ਹੈ ਡਰॉ ਨਿਕਲਣ ਵਾਲਾ ਹੈ, ਕਿਸ ਤਰੀਕੇ ਨਾਲ ਇਹਦੀ ਸ਼ੁਰੂਆਤ ਹੋਵੇਗੀ, ਇਸ ਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ। ਗਲੋਬਲ ਅਚੀਵਰ ਦੇ ਆਫਿਸ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਅਤੇ ਗਗਨਦੀਪ ਸਿੰਘ ਖੱਟੜਾ ਜੀ ਮੌਜੂਦ ਨੇ ਸਾਡੇ ਨਾਲ। ਸਰ, ਜਿਹੜਾ ਐਕਸਪ੍ਰੈਸ ਐਂਟਰੀ ਹੈ, ਸਭ ਤੋਂ ਪਹਿਲਾਂ ਦੱਸੋ ਕਿ ਕਈ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਹੈ ਕੀ ਹੈ ਇਹ, ਪਹਿਲਾਂ ਇਹਦੇ ਬਾਰੇ ਜਾਣਕਾਰੀ ਦਿਓ। ਅਤੇ ਐਕਸਪ੍ਰੈਸ ਐਂਟਰੀ ਨਾ ਇਹ ਇੱਕ ਫਾਈਲਿੰਗ ਸਿਸਟਮ ਹੈ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਨੇ 2015 'ਚ ਲਾਂਚ ਕੀਤਾ ਸੀ। ਤਾਂ ਇਸ ਐਕਸਪ੍ਰੈਸ ਐਂਟਰੀ ਸਿਸਟਮ 'ਚ ਕੀ ਸੀਗਾ, ਇੱਕ ਫਾਈਲਿੰਗ ਸਿਸਟਮ ਹੈ। ਪਹਿਲੀ ਗੱਲ ਤਾਂ ਇੱਕ ਕਨਫਿਊਜ਼ਨ ਰਹਿੰਦੀ ਹੈ ਹਮੇਸ਼ਾ ਕਿ ਇਹ ਨਾ ਕੋਈ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਹਨੂੰ ਮਤਲਬ ਲੋਕ ਕਹਿੰਦੇ ਨੇ ਕਿ ਜੀ ਸਾਡਾ ਤਾਂ ਐਕਸਪ੍ਰੈਸ ਲੱਗਿਆ ਹੋਇਆ ਫਾਈਲ। ਤਾਂ ਐਕਸਪ੍ਰੈਸ ਐਂਟਰੀ ਇੱਕ ਫਾਈਲ ਸਿਸਟਮ ਹੈ ਜਿਹ 'ਚ ਕਿ 3 ਸਟਰੀਮ ਮੇਨਲੀ ਕੰਮ ਕਰਦੀਆਂ ਨੇ, ਜਿਹਦੇ ਵਿੱਚ 3 ਸਟਰੀਮ ਦੇ ਵਿੱਚ ਇੱਕ ਪੂਲ ਬਣਿਆ ਹੋਇਆ। ਤਾਂ ਉਹ ਪੂਲ 'ਚ ਕੀ ਕਹਿੰਦੇ ਆ ਕਿ ਜੀ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਇੱਕ ਪ੍ਰੋਫਾਈਲ ਕ੍ਰੀਏਟ ਹੁੰਦਾ ਪਹਿਲਾਂ। ਤਾਂ ਉਹਦੇ ਵਿੱਚ ਤੁਹਾਨੂੰ ਨਾ ਡਿਫਰੈਂਟ ਚੀਜ਼ਾਂ ਲਈ ਤੁਹਾਨੂੰ ਤੁਹਾਡੀ ਐਜੂਕੇਸ਼ਨ ਲਈ ਜਾਂ ਹੋਰ ਜਿਹੜੇ ਫੈਕਟਰ ਹੈਗੇ ਨੇ ਤਾਂ ਉਹਨਾਂ ਦੇ ਮਾਰਕਸ ਮਿਲਦੇ ਨੇ, ਉਹਦੇ ਨੰਬਰ ਮਿਲਦੇ ਨੇ ਕਿ ਜਿੰਨੇ ਤੁਹਾਡੇ ਹੈਗੇ ਨੇ, ਜਿੰਨੀ ਤੁਹਾਡੀ ਏਜ ਆ, ਮੈਰਿਡ ਹੋ ਨਹੀਂ ਮੈਰਿਡ। ਤਾਂ ਉਹਦੇ ਅਕੋਰਡਿੰਗ ਇੱਕ ਸਿਲੈਕਸ਼ਨ ਕ੍ਰਾਈਟੇਰੀਆ ਦੇ ਅਕੋਰਡਿੰਗ ਮਾਰਕਸ ਮਿਲ ਜਾਂਦੇ ਨੇ। ਆਊਟ ਆਫ 1200 ਮਾਰਕਸ ਹੁੰਦੇ ਨੇ ਇਹ, ਵੀ ਕਿਸੇ ਦਾ 300 ਬਣ ਗਿਆ, 400 ਬਣ ਗਿਆ, 500, 600 ਹੈ ਨਾ, ਇੱਦਾਂ ਮਾਰਕਸ ਬਣਦੇ ਨੇ। ਤਾਂ ਇੱਕ ਮਾਰਕਸ ਦਾ ਪੂਲ ਇਕੱਠਾ ਹੋ ਜਾਂਦਾ। ਤਾਂ ਉਹਦੇ 'ਚ ਕੀ ਹੈ ਕਿ 3 ਸਟਰੀਮ ਮੇਨਲੀ ਚੱਲਦੇ ਨੇ। ਫੈਡਰਲ ਸਕਿਲਡ ਵਰਕਰ, ਜਿਹਦੇ 'ਚ ਅਸੀਂ ਆਉਂਦੇ ਹਾਂ ਜਿਹੜੇ ਕਿ ਆਊਟਸਾਈਡ ਕੈਨੇਡਾ ਜਿੰਨੇ ਵੀ ਸਕਿਲਡ ਵਰਕਰ ਨੇ, ਜਿਨ੍ਹਾਂ ਕੋਲੇ ਨੌਕ 0A-B ਦਾ ਕੋਈ ਵਰਕ ਐਕਸਪੀਰੀਅੰਸ ਆ ਜਾਂ ਉਹਦੇ ਰਿਲੇਟਡ ਕੋਈ ਉਹਨਾਂ ਕੋਲੇ ਹੈਗੇ ਆ ਜਿਹੜੇ ਪੁਆਇੰਟਸ ਉਹ ਕਲੇਮ ਕਰ ਸਕਦੇ ਆ। ਤਾਂ FSW ਹੋ ਗਿਆ ਉਹਨਾਂ ਲਈ ਕਿ ਜਿਹੜੇ ਆਊਟਸਾਈਡ ਕੈਨੇਡਾ ਜਾਂ ਵਿਦਨ ਕੈਨੇਡਾ ਵੀ ਜਿਨ੍ਹਾਂ ਕੋਲੇ ਫੈਡਰਲ ਔਰ ਵੀ ਕੈਨ ਸੇ ਸਕਿਲਡ ਵਰਕਰ ਦਾ ਐਕਸਪੀਰੀਅੰਸ ਹੈਗਾ। ਫਿਰ ਆਉਂਦੇ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ। ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਉਹ ਆਉਂਦੇ ਨੇ ਜਿਹੜੇ ਕੋਲੇ ਮੋਸਟਲੀ ਉਹ ਹੁੰਦੇ ਨੇ ਜਿਹੜੇ ਇਨਸਾਈਡ ਕੈਨੇਡਾ ਨੇ ਆਲਰੇਡੀ, ਜਾਂ ਉੱਥੇ ਦੀ ਸਟੱਡੀ ਆ ਜਾਂ ਉੱਥੇ ਦਾ ਵਰਕ ਐਕਸਪੀਰੀਅੰਸ ਉਹਨਾਂ ਕੋਲੇ ਆ। ਤਾਂ ਉਹ ਆ ਜਾਂਦੇ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ। ਥਰਡ ਆਉਂਦੇ ਨੇ ਜਿਹਦੇ 'ਚ ਫੈਡਰਲ ਸਕਿਲਡ ਟ੍ਰੇਡ। ਤਾਂ ਉੱਥੇ ਇੱਕ ਟ੍ਰੇਡ ਵਾਲੀਆਂ ਜਿਹੜੀਆਂ ਆਕੂਪੇਸ਼ਨ ਨੇ ਤਾਂ ਉਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਜਿਹੜਾ ਚੱਲਦਾ, ਉਹਨਾਂ ਦਾ ਡਿਫਰੈਂਟ ਪੂਲ ਬਣਦਾ, ਉਹਨਾਂ ਦੇ ਸਿਲੈਕਸ਼ਨ ਕ੍ਰਾਈਟੇਰੀਆ ਡਿਫਰੈਂਟ ਆ। ਤਾਂ ਉਹਦੇ ਵਿੱਚ ਜਿਵੇਂ ਟ੍ਰੇਡ ਫਿਟਰਸ ਆ ਗਏ, ਵੈਲਡਰ, ਪਲੰਬਰ ਜਾਂ ਹੋਰ ਬਹੁਤ ਸਾਰੇ ਆਕੂਪੇਸ਼ਨ ਆ ਜਿਹੜੇ ਇਨ ਡਿਮਾਂਡ ਨੇ ਜਾਂ ਟੈਕਨੀਕਲ ਨੇ, ਤਾਂ ਉਹਨਾਂ ਨੂੰ ਉਹ ਫੈਡਰਲ ਸਕਿੱਲ ਟ੍ਰੇਡ ਦੇ ਵਿੱਚ ਰੱਖਦੇ ਆ। ਸੋ ਇਹ ਤਿੰਨੇ ਟ੍ਰੇਡਸ ਲਈ ਇੱਕ ਕਾਮਨ ਪਲੇਟਫਾਰਮ ਬਣਾਇਆ ਸੀ ਉਹਨਾਂ ਨੇ, ਜਿਹਨੂੰ ਉਹਨਾਂ ਨੇ ਕਹਿਤਾ ਸੀ ਕਿ ਇਹ ਐਕਸਪ੍ਰੈਸ ਐਂਟਰੀ ਹੋਏਗੀ, ਜਿਹਦੇ 'ਚ ਮਤਲਬ ਆਲਮੋਸਟ ਅਸੀਂ ਇਹ ਕਹਿੰਦੇ ਸੀ ਕਿ ਜਦੋਂ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆ ਜਾਂਦਾ ਵਿਦਨ 4 to 6 months ਤੁਸੀਂ ਉੱਥੇ PR ਲੈ ਲੈਂਦੇ ਹੋ। ਤਾਂ ਉਹ ਇੱਕ ਪੂਰਾ ਸਿਸਟਮ ਸੀਗਾ ਜਿਹਨੂੰ ਆਪਾਂ ਕਹਿੰਦੇ ਸੀ ਕਿ ਐਕਸਪ੍ਰੈਸ ਐਂਟਰੀ ਆ। ਅਤੇ ਐਲੀਜੀਬਿਲਿਟੀਜ਼ ਇਹਦੇ ਲਈ ਕੀ ਮੰਨੀਆਂ ਜਾਂਦੀਆਂ ਨੇ? ਜਾਣਾ ਹਰ ਕੋਈ ਚਾਹੁੰਦਾ ਆ, ਕਈਆਂ ਕੋਲ ਸਕਿੱਲਸ ਵੀ ਹੁੰਦੀਆਂ ਨੇ, ਲੇਕਿਨ ਐਲੀਜੀਬਿਲਿਟੀ ਦਾ ਨਹੀਂ ਪਤਾ ਲੱਗਦਾ ਕਿ ਐਲੀਜੀਬਿਲਿਟੀ ਕਿਸ ਤਰੀਕੇ ਦੇ ਨਾਲ ਦੇਖੀ ਜਾਂਦੀ ਹੈ। ਕਿਉਂਕਿ ਹਾਂ, ਤੁਸੀਂ ਸਹੀ ਕਿਹਾ ਕਿ ਐਲੀਜੀਬਿਲਿਟੀ ਦਾ ਨਹੀਂ ਪਤਾ ਲੱਗਦਾ। ਜਿਵੇਂ ਨੋਰਮਲੀ ਨਾ ਮਿਥ ਬਣਾਇਆ ਹੋਇਆ ਸੀ ਕਿ ਜੀ ਜੇ ਤੁਹਾਡੇ 777 ਬੈਂਡ ਨੇ ਜਾਂ ਤੁਹਾਡਾ ਬਹੁਤ ਹਾਇਰ ਸਕੋਰ ਆ ਤਾਂ ਤੁਸੀਂ ਫੇਰ ਹੀ ਜਾ ਸਕਦੇ ਹੋ, ਤੁਹਾਡੀ ਫੇਰ ਹੀ ਅਪਲਾਈ ਕਰ ਸਕਦੇ ਹੋ। ਤਾਂ ਉਹ ਜਿਹੜਾ 777 ਵਾਲਾ ਫੈਕਟਰ ਹੈ ਜਾਂ ਮੈਕਸਿਮਮ ਸਕੋਰ ਵਾਲਾ ਫੈਕਟਰ ਹੈ, ਤਾਂ ਉਹ ਇੱਦਾਂ ਹੈ ਕਿ ਜਾਂ ਤੁਸੀਂ ਕਿਹਾ ਕਿ ਜੀ ਐਲੀਜੀਬਿਲਿਟੀ ਕੀ ਹੈ ਬੇਸਿਕਲੀ। ਤਾਂ ਐਲੀਜੀਬਿਲਿਟੀ ਦਾ ਬੇਸਿਕਲੀ ਇਹ ਹੈ ਕਿ ਜੀ ਤੁਹਾਡੀ ਏਜ, ਤੁਹਾਡੀ ਐਜੂਕੇਸ਼ਨ ਔਰ ਤੁਹਾਡੇ ਵਰਕ ਐਕਸਪੀਰੀਅੰਸ, 3 ਫੈਕਟਰ ਇਹ ਮੇਨ ਨੇ ਜਿਨ੍ਹਾਂ ਦੇ ਬੇਸਿਸ 'ਤੇ ਤੁਹਾਡਾ ਪੁਆਇੰਟ ਕੈਲਕੂਲੇਟ ਹੁੰਦੇ ਨੇ। 777 ਇਸ ਲਈ ਕਹਿ ਦਿੱਤਾ ਜਾਂਦਾ ਕਿਉਂਕਿ ਇੰਗਲਿਸ਼ ਦੇ ਪੁਆਇੰਟਸ ਮੈਕਸੀਮਮ ਅਸੀਂ ਅਟੇਨ ਕਰ ਸਕਦੇ ਹਾਂ ਬਾਏ 777 ਸਕੋਰ। ਅਸੀਂ ਆਇਲਸ 'ਚੋਂ ਜਾਂ ਸੈਲਪਿਪ 'ਚੋਂ ਅਸੀਂ ਆਪਣਾ ਬੈਂਡ ਲਈਏ ਤਾਂ ਉਹ ਬੈਂਡ ਜਿੰਨੇ ਆਉਂਦੇ ਨੇ ਤਾਂ ਉਹਦੇ 'ਚ ਕੀ ਹੈ ਕਿ CLB 9 ਜਦੋਂ 777 ਲੈਂਦੇ ਹੋ ਤਾਂ ਉਹਦਾ ਕੈਟਾਗਰੀ CLB 9 ਬਣ ਜਾਂਦੀ ਆ। ਤਾਂ CLB 9 'ਚ ਤੁਹਾਨੂੰ ਆਲਮੋਸਟ ਮੈਕਸੀਮਮ ਪੁਆਇੰਟ ਤੁਸੀਂ ਲੈ ਲੈਂਦੇ ਹੋ ਐਕਸਪ੍ਰੈਸ ਐਂਟਰੀ। ਤਾਂ ਅਸੀਂ ਕਹਿੰਦੇ ਕਿ ਜੀ ਜੇ ਤੁਹਾਡੀ ਏਜ ਬਿਲੋ 30 ਆ, ਤੁਹਾਡੇ ਕੋਲ ਮਾਸਟਰ ਡਿਗਰੀ ਆ
ਪਲੱਸ ਤੁਹਾਡੇ ਕੋਲ 777 ਆ, ਤਾਂ ਉਹ ਇੱਕ ਬੈਸਟ ਕਹਿ ਲਓ ਕਿ ਪ੍ਰੋਫਾਈਲ ਬਣ ਗਿਆ ਸੀ। ਬਟ ਉਹ ਸਿਰਫ ਉਹੀ ਨਹੀਂ ਆ ਕਿ ਸਿਰਫ ਉਹੀ ਜਾ ਸਕਦਾ, ਤਾਂ ਸਿਲੈਕਸ਼ਨ 'ਚ ਸਾਰੇ ਫੈਕਟਰ ਕਾਊਂਟ ਹੁੰਦੇ ਆ। ਮੇ ਬੀ ਹੋ ਸਕਦਾ ਤੁਹਾਡੇ ਪੁਆਇੰਟ ਘੱਟ ਹੋਣ, ਬਟ ਤੁਹਾਡੇ ਕੋਲ ਕੋਈ ਉੱਥੇ ਦੀ ਜੋਬ ਆਫਰ ਹੋਵੇ, ਮੇ ਬੀ ਤੁਹਾਡੇ ਕੋਲ ਕੋਈ ਫਰੈਂਚ ਸਰਟੀਫਿਕੇਟ ਹੋਵੇ, ਮੇ ਬੀ ਤੁਹਾਡਾ ਕੋਈ ਬਲੱਡ ਰਿਲੇਸ਼ਨ ਹੋਵੇ, ਉਹਦੇ ਵੀ 15 ਪੁਆਇੰਟ ਮਿਲਦੇ ਆ, ਤਾਂ ਇਹ ਵੀ ਤਾਂ ਸਿਲੈਕਸ਼ਨ ਫੈਕਟਰ ਹੋ ਸਕਦਾ ਨਾ। ਸੋ ਅਸੀਂ ਇੱਕ 'ਤੇ ਫੋਕਸ ਕਰਦੇ ਕਿ ਜੀ 777 ਹੈ ਤਾਂ ਸ਼ਾਇਦ ਤਾਂ ਹੀ ਹੋਏਗਾ, ਬਟ ਇੱਦਾਂ ਦਾ ਕੋਈ ਸੀਨ ਨਹੀਂ ਆ। ਤਾਂ ਤੁਸੀਂ ਐਲੀਜੀਬਿਲਿਟੀ ਚੈੱਕ ਕਰੋ ਪਹਿਲਾਂ, ਕਿ ਤੁਸੀਂ ਇੱਕ ਬੇਸਿਕ ਜੇ ਲੇਮਨ ਲੈਂਗੁਏਜ ਅਸੀਂ ਕਹਿੰਦੇ ਕਿ ਅਸੀਂ ਚੈੱਕ ਕਰਦੇ ਕਿ ਅਸੀਂ ਜਾ ਸਕਦੇ ਜਾਂ ਇਹਦੇ 'ਚ ਫਿੱਟ ਹੁੰਦੇ ਆ ਜਾਂ ਨਹੀਂ ਹੁੰਦੇ, ਤਾਂ ਉਹਦੇ ਬੇਸਿਕਸ ਤਾਂ ਔਨਲਾਈਨ ਗੂਗਲ ਸਰਚ ਕਰੋਗੇ ਨਾ CRS ਕੈਲਕੂਲੇਟਰ, ਤਾਂ CRS ਕੈਲਕੂਲੇਟਰ 'ਚ ਤੁਸੀਂ ਆਪਣੀ ਏਜ ਐਂਟਰ ਕਰੋ, ਤੁਸੀਂ ਆਪਣਾ ਮੈਰਿਟਲ ਸਟੇਟਸ ਐਂਟਰ ਕਰੋ ਕਿ ਤੁਸੀਂ ਮੈਰਿਡ ਹੋ ਜਾਂ ਨਹੀਂ ਮੈਰਿਡ, ਹੈ ਨਾ। ਜੇ ਮੈਰਿਡ ਹੋ ਤਾਂ ਤੁਹਾਡੇ ਵਾਈਫ ਦੀ ਐਜੂਕੇਸ਼ਨ ਪਲੱਸ ਵਾਈਫ ਦੀ ਇੰਗਲਿਸ਼ ਲੈਂਗੁਏਜ ਦੇ ਵੀ ਮਾਰਕਸ ਤੁਹਾਨੂੰ ਮਿਲਦੇ ਨੇ। ਤਾਂ ਉਹਦੇ ਬਾਅਦ ਦੇਖੋ ਕਿ ਤੁਹਾਡਾ ਸਕੋਰ ਕਿੰਨਾ ਬਣਦਾ। ਸਪੋਜ਼ ਤੁਹਾਡਾ ਸਕੋਰ ਤੁਹਾਡੇ 777 ਨਹੀਂ ਸੀ ਬਟ 77 ਸੀ ਜਾਂ ਕਿਸੇ 68 ਸੀਗੇ, ਤੁਹਾਡਾ ਸਕੋਰ ਮੰਨ ਲਓ ਮੇ ਬੀ 350 ਬਣ ਗਿਆ, 380 ਬਣ ਗਿਆ, ਤਾਂ ਉਹ ਇਹ ਨਹੀਂ ਹੈਗਾ ਕਿ ਹੁਣ ਤੁਹਾਡਾ ਕੁਝ ਹੋਏਗਾ ਹੀ ਨਹੀਂ। ਮੇ ਬੀ ਕਿਉਂਕਿ ਬਹੁਤ ਵਾਰੀ ਇੱਦਾਂ ਹੋਇਆ ਕਿ ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਦੀ ਹਿਸਟਰੀ 'ਚ ਬਹੁਤ ਵਾਰੀ ਇੱਦਾਂ ਹੋਇਆ ਕਿ ਬਹੁਤ ਲੋਐਸਟ ਪੁਆਇੰਟ 'ਤੇ ਡਰਾਅ ਵੀ ਦਿੱਤੇ ਨੇ ਉਹਨਾਂ ਨੇ। ਲਾਸਟ ਈਅਰ ਜਦੋਂ ਉੱਥੇ ਚਾਹੇ ਉਹ ਇਨਸਾਈਡ ਕੈਨੇਡਾ ਵਾਲਿਆਂ ਲਈ ਹੀ ਸੀ ਡਰਾਅ, ਬਟ 75 ਦਾ ਡਰਾਅ ਵੀ ਦਿੱਤਾ ਸੀ ਉਹਨਾਂ ਨੇ। ਸੋ 75 ਓਨਲੀ, 75 ਓਨਲੀ, ਹਾਲਾਂਕਿ ਉਹ ਸਿਰਫ ਇਨਸਾਈਡ ਕੈਨੇਡਾ ਵਾਲਿਆਂ ਲਈ ਸੀ, ਬਟ ਤੁਸੀਂ ਦੇਖੋ 75 ਵੀ ਸਾਰਿਆਂ ਦੇ ਬਣ ਜਾਂਦੇ ਆ। ਤਾਂ ਜਦੋਂ ਆਪਣੀਆਂ ਚੀਜ਼ਾਂ ਕਰਨ 'ਤੇ ਆਉਂਦੇ ਤਾਂ ਇਹ ਉਹਨਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਸਿਲੈਕਸ਼ਨ ਫੈਕਟਰ ਕੀ ਰੱਖਣਾ। ਸੋ ਪ੍ਰੋਫਾਈਲ ਹੋਣਾ ਇੱਕ ਬੇਸਿਕ ਐਲੀਜੀਬਿਲਿਟੀ ਆ ਕਿ ਤੁਸੀਂ ਲਾਈਨ 'ਚ ਲੱਗੇ ਹੋਏ ਹੋ, ਹੈ ਨਾ। ਤਾਂ ਲਾਈਨ 'ਚ ਲੱਗੇ ਹੋ, ਬਟ ਤੁਹਾਡੀ ਵਾਰੀ ਜਾਂ ਤਾਂ ਉਹ ਡਰਾਅ ਡਿਸਾਈਡ ਕਰਦਾ। ਡਰਾਅ ਦਾ ਕੀ ਸਿਸਟਮ ਹੈ ਕਿ ਡਰਾਅ ਦੇ ਵਿੱਚ ਜਦੋਂ ਤੁਹਾਡੇ ਇੱਕ ਪੁਆਇੰਟ ਬਣ ਗਏ, ਤੁਸੀਂ ਏਜ ਦੇ ਸਾਰੇ ਤੁਸੀਂ ਇੱਕ ਫਾਈਲ ਸਬਮਿਟ ਕਰਤੀ, ਤੁਹਾਡਾ ਮੰਨ ਲਓ 460 ਬਣ ਗਿਆ, ਤਾਂ ਉਹ ਇੱਕ ਜਿਹੜਾ ਪਹਿਲਾਂ ਬਾਈ ਵੀਕਲੀ ਆਉਂਦਾ ਹੁੰਦਾ ਸੀ ਡਰਾਅ, ਹੁਣ ਤਾਂ ਵੈਸੇ 1.5 ਸਾਲ ਤੋਂ ਆਇਆ ਹੀ ਨਹੀਂ ਡਰਾਅ, ਜਿਹੜਾ ਕਿ ਹੁਣ ਐਜ਼ ਪਰ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ 6 ਜੁਲਾਈ ਨੂੰ ਉਹ ਆਲ ਸਟਰੀਮ ਦਾ ਡਰਾਅ ਦੇਣਗੇ। ਉਹ 'ਚ CEC ਵੀ ਹੋਊ, FST ਵੀ ਹੋਊ ਅਤੇ FSW ਵੀ ਹੋਊਗਾ। ਤਾਂ ਉਸ ਡਰਾਅ ਦੇ ਵਿੱਚ ਕੀ ਹੋਣਾ ਕਿ ਜੀ ਉਹ ਆਪਣਾ ਇੱਕ ਨੰਬਰ ਦੇਣਗੇ ਕਿ ਸਪੋਜ਼ 470, ਕਿ ਜੀ ਜਿਨ੍ਹਾਂ ਦਾ 470 ਕੱਟ ਆਫ ਬਣਦਾ ਉਹਨਾਂ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਇਸ਼ੂ ਕਰ ਦੇਣੇ ਆ। ਤਾਂ ਵਿਦਨ 24 ਆਵਰ ਤੁਹਾਡੇ ਕੋਲ ਇੱਕ ਇਨਵੀਟੇਸ਼ਨ ਆ ਜਾਂਦਾ ਕਿ ਤੁਸੀਂ ਸਾਡੀ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਈ ਅਪਲਾਈ ਕਰ ਦਿਓ, ਹੈ ਨਾ। ਤਾਂ ਉਹਦੇ 'ਚ ਕੀ ਹੁੰਦਾ ਕਿ 470 ਆ, ਤਾਂ ਜਿਹਦਾ 470 ਜਾਂ 470 ਪਲੱਸ ਬਣਦਾ ਉਹ ਇਨਵਾਈਟਡ ਨੇ ਆਲਰੇਡੀ। ਤਾਂ ਹੁਣ ਜਿਹਦਾ ਘੱਟ ਬਣਦਾ ਜਾਂ ਤਾਂ ਉਹ ਆਪਣੇ ਪੁਆਇੰਟ ਪੂਰੇ ਕਰੂਗਾ ਜਾਂ ਫਿਰ ਵੇਟ ਕਰੂਗਾ। ਤਾਂ ਹੁਣ ਪੁਆਇੰਟ ਪੂਰੇ ਕੁਐਸਚਨ ਹੈ ਕਿ ਜੇ ਪੁਆਇੰਟ ਕਿੱਦਾਂ ਪੂਰੇ ਹੋ ਸਕਦੇ ਆ, ਜਾਂ ਹੋਰ ਅਸੀਂ ਕਿੱਥੋਂ ਪੁਆਇੰਟ ਲੈ ਸਕਦੇ ਹਾਂ। ਅਸੀਂ ਕਿਤੇ ਗਏ ਹੀ ਨਹੀਂ, ਤਾਂ ਅਸੀਂ ਦਿਮਾਗ 'ਚ ਇੱਕ ਚੀਜ਼ ਬਿਠਾਈ ਹੈ 777 ਵਾਲਿਆਂ ਨੂੰ ਹੀ ਮਿਲਦਾ ਹੈ ਜਾਂ ਕਿਸੇ ਦਾ ਬਲੱਡ ਰਿਲੇਸ਼ਨ ਹੈ, ਸਿਰਫ ਉਹੀ ਜਾ ਸਕਦਾ। ਤਾਂ ਇਹ ਬਹੁਤ ਸਾਰੀਆਂ ਕਨਫਿਊਜ਼ਨਾਂ ਨੇ ਜਿਹਦੇ ਕਰਕੇ ਅਸੀਂ ਮੋਸਟਲੀ ਕਹਿ ਲਓ ਕਿ ਕਈ ਵਾਰੀ ਬਹੁਤ ਸਾਰੇ ਸਕੈਮਸ ਦਾ ਵੀ ਸ਼ਿਕਾਰ ਹੋ ਜਾਂਦੇ ਆ ਕਿ ਜੀ ਕੈਨੇਡਾ ਦਾ ਇੱਦਾਂ ਵੀਜ਼ਾ ਲੱਗਦਾ, ਕੈਨੇਡਾ ਦਾ ਉੱਦਾਂ ਵੀਜ਼ਾ ਲੱਗਦਾ। ਤਾਂ ਬਟ ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜੇ ਤੁਸੀਂ ਐਜੂਕੇਟਡ ਹੋ, ਤੁਸੀਂ ਮਾਸਟਰ ਡਿਗਰੀ ਕੀਤੀ ਆ ਜਾਂ ਬੈਚਲਰ ਡਿਗਰੀ ਵੀ ਕੀਤੀ ਆ, ਤਾਂ ਪੁਆਇੰਟਸ ਪਹਿਲਾਂ ਕੈਲਕੂਲੇਟ ਕਰੋ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਪੁਆਇੰਟਸ ਉਹ ਕੱਟ ਆਫ ਤੋਂ ਬਿਲੋ ਹੈਗੇ ਨੇ, ਜਾਂ ਤੁਹਾਨੂੰ ਪਤਾ ਕਿ ਜੀ ਆਲਰੇਡੀ ਇੱਕ ਡਰਾਅ ਚੱਲ ਰਿਹਾ 450 ਪਲੱਸ ਤੋਂ ਜਾਊਗਾ, ਤਾਂ ਤੁਸੀਂ ਉੱਥੇ ਤੱਕ ਪਹੁੰਚਣ ਲਈ ਜਾਂ ਤਾਂ ਤੁਸੀਂ ਆਪਣੇ ਪੁਆਇੰਟਸ ਨੂੰ ਪੂਰਾ ਕਰਦੇ। ਪੁਆਇੰਟ ਕਿੱਦਾਂ ਪੂਰੇ ਹੋਣੇ ਨੇ, ਜਾਂ ਤਾਂ ਤੁਸੀਂ ਮੈਕਸੀਮਮ ਆਇਲ ਸਕੋਰ ਕਰੋਗੇ, ਜਾਂ ਫਿਰ ਨਾਲ ਫਰੈਂਚ ਦੀ ਆਪਸ਼ਨ ਲੈ ਕੇ ਚੱਲੋਗੇ, ਜਾਂ ਫਿਰ ਤੁਹਾਡੇ ਕੋਲ ਕੋਈ 50 ਪੁਆਇੰਟਸ ਦੀ LMIO ਹੋਵੇ, ਜਾਂ 50 ਪੁਆਇੰਟਸ ਦਾ ਜੋਬ ਆਫਰ ਹੋਵੇ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਫਿਰ ਤੁਹਾਡੇ ਕੋਲ ਕਿਸੇ ਸਟੇਟ ਤੋਂ ਪ੍ਰੋਵਿੰਸ ਤੋਂ ਨੋਮੀਨੇਸ਼ਨ ਹੋਵੇ ਜਿਹਦੇ ਸਾਨੂੰ 600 ਪੁਆਇੰਟਸ ਮਿਲਦੇ ਨੇ। ਤਾਂ ਹੁਣ ਜੇ ਅਸੀਂ ਸਿੱਧਾ ਨਹੀਂ ਜਾ ਸਕਦੇ ਤਾਂ ਸਾਨੂੰ ਸਟੇਟ ਨੋਮੀਨੇਸ਼ਨ ਦੇ ਇੱਕ ਸੈਕੰਡ ਆਲਟਰਨੇਟਿਵ ਆ, ਜਿਹਦੇ ਵਿੱਚ ਬਹੁਤ ਸਾਰੀਆਂ ਆਪਸ਼ਨਾਂ ਨੇ, ਜਿਹਦੇ ਵਿੱਚ ਬਹੁਤ ਸਾਰੇ ਆਕੂਪੇਸ਼ਨ ਆਲਰੇਡੀ ਇਨ ਡਿਮਾਂਡ ਹੁੰਦੇ ਨੇ। ਤਾਂ ਅਸੀਂ ਇੱਕ ਜਨਰਲ ਸਟੇਟਮੈਂਟ 'ਤੇ ਨਹੀਂ ਚੱਲ ਸਕਦੇ ਕਿ ਜੀ ਸਿਰਫ ਆਹ ਹੋਊਗਾ ਤਾਂ ਹੀ ਜਾ ਸਕਦੇ। ਤਾਂ ਸਾਨੂੰ ਪਹਿਲਾਂ ਇਵੈਲੂਏਟ ਕਰਨਾ ਪੈਣਾ, ਅਸੈਸਮੈਂਟ ਕਰੋ ਆਪਣੀ, ਆਇਡੈਂਟੀਫਾਈ ਕਰੋ ਤੁਸੀਂ ਕਿਸ ਲੈਵਲ 'ਤੇ ਹੋ। ਪਹਿਲਾਂ ਤੁਹਾਡਾ ਮੰਨ ਲਓ 350 ਆ, ਤਾਂ ਮੈਂ ਤਾਂ ਤੁਹਾਨੂੰ ਐਜ਼ ਏ ਕੰਸਲਟੈਂਟ ਤਾਂ ਹੀ ਗਾਈਡ ਕਰੂੰਗਾ ਨਾ ਜੇ ਤੁਹਾਡਾ ਕੋਈ ਇੱਕ ਸਕੋਰ ਮੇਰੇ ਕੋਲ ਹੋਏਗਾ। ਜਾਂ ਜਿਵੇਂ ਕਹਿ ਲਓ ਕਿ ਜਿਹੜਾ ਸੋਚ ਰਿਹਾ ਕਿ ਅਸੀਂ ਜਾਣਾ ਜੀ ਤਾਂ ਅਸੀਂ ਅਪਲਾਈ ਕਰਨਾ ਚਾਹੁੰਦੇ, ਤਾਂ ਬੇਸਿਕ 2 ਸਟੈਪ ਨੇ। ਪਹਿਲਾਂ ਉਹ ਆਇਲਸ ਕਰੇ, ਦੂਸਰਾ ਉਹ ਆਪਣੀ ਐਜੂਕੇਸ਼ਨ ਦੀ ਅਸੈਸਮੈਂਟ ਕਰਵਾਵੇ ਜਿਹਨੂੰ ਆਪਾਂ ECA ਕਹਿੰਦੇ ਹਾਂ। ਨਾਰਮਲੀ WS ਜ਼ਿਆਦਾ ਮਸ਼ਹੂਰ ਹੈ, ਬਟ WS ਇੱਕ ਕੰਪਨੀ ਆ, ਇਹ ਤੋਂ ਬਿਨਾਂ 4 ਹੋਰ ਕੰਪਨੀਆਂ ਨੇ ਜਿਹੜੀਆਂ ਤੁਹਾਡੀ ਐਜੂਕੇਸ਼ਨ ਦੀ ਵੈਲੂਏਸ਼ਨ ਕਰਕੇ ਦਿੰਦੀਆਂ ਨੇ, ਜਿਹਦੇ ਨਾਲ ਤੁਹਾਡੇ ਪੁਆਇੰਟ ਕੈਲਕੂਲੇਟ ਹੁੰਦੇ ਨੇ। ਤਾਂ ਕਈ ਵਾਰ ਇਹ ਵੀ ਡਿਫਰੈਂਸ ਹੁੰਦਾ ਕਿ ਜੀ ਕੁਛ ਯੂਨੀਵਰਸਿਟੀਆਂ ਦੀ ਮਾਸਟਰ ਡਿਗਰੀ ਨੂੰ ਮਾਸਟਰ ਡਿਗਰੀ ਕਾਊਂਟ ਹੀ ਨਹੀਂ ਕਰਦੇ, ਤਾਂ ਉਹਦਾ ਆਲਟਰਨੇਟਿਵ ਲੱਭੋ ਜੀ ਕਿ ਜੇ ਇੱਕ ਨੇ ਨਹੀਂ ਦਿੱਤਾ ਦੂਸਰਾ ਕੌਣ ਆ, ਹੈ ਨਾ। ਸੋ ਸਾਨੂੰ ਸਿਲੈਕਸ਼ਨ ਕ੍ਰਾਈਟੀਰੀਆ ਤਾਂ ਮੀਟ ਕਰਨਾ ਹੀ ਪੈਣਾ। ਤਾਂ ਇੱਕ ਬਹੁਤ ਸਿੰਪਲੀਫਾਈਡ ਮੈਨਰ 'ਚ ਉਹਨਾਂ ਨੇ ਦੱਸਿਆ ਹੋਇਆ ਕਿ ਜੀ ਏਜ ਦੇ ਇੰਨੇ ਪੁਆਇੰਟ ਆ, ਜਿੰਨੀ ਏਜ ਹੋਊਗੀ ਉਨੇ ਪੁਆਇੰਟ ਮਿਲ ਜਾਣੇ ਆ। ਸੋ ਇਹਦੇ 'ਚ ਕੋਈ ਝੋਲ ਨਹੀਂ ਹੈਗਾ ਕਿ ਜੀ ਇੱਦਾਂ ਹੋਊਗਾ ਤਾਂ ਸ਼ਾਇਦ ਕੋਈ ਇੱਦਾਂ ਵੀ ਹੋ ਜਾਵੇ। ਬਟ
ਤੁਸੀਂ ਇੱਕ ਫਲੋ ਦੇ ਨਾਲ ਚੱਲਣਾ, ਤੁਸੀਂ ਇੱਕ ਗਾਈਡਡ ਕਹਿ ਲਓ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ ਉਹਨੂੰ। ਜੀ ਏਜ ਦੇ ਪੁਆਇੰਟ ਕੈਲਕੂਲੇਟ ਕਰ ਲਏ, ਐਜੂਕੇਸ਼ਨ ਦੇ ਹੈ, ਐਕਸਪੀਰੀਅੰਸ ਦੇ ਹੋ ਸਕਦਾ, ਮੇਬੀ ਹੋ ਸਕਦਾ ਤੁਹਾਡਾ ਹਜੇ 1 ਸਾਲ ਦਾ ਐਕਸਪੀਰੀਅੰਸ ਹੋਵੇ ਜਾਂ 1.5 ਸਾਲ ਦਾ ਹੋਵੇ, ਬਟ ਜਦੋਂ ਤੱਕ ਤੁਹਾਡੀ ਐਜੂਕੇਸ਼ਨ ਜਦੋਂ ਤੱਕ ਤੁਹਾਡੀ ਆਇਲਸ ਹੋਣੀ ਆ, ਜਦੋਂ ਤੱਕ ਤੁਹਾਡੀ ਹੋਣੀ ਆ ਅਸੈਸਮੈਂਟ ਹੋ ਕੇ ਆਉਣੀ ਆ, ECA ਹੋ ਕੇ ਆਉਣੀ, ਉਹ ਮੇਬੀ ਉਦੋਂ ਤੱਕ 2 ਸਾਲ ਪੂਰੇ ਹੋ ਜਾਣ। ਸੋ ਕ੍ਰਾਈਟੀਰੀਆ ਅਸੀਂ ਆਪ ਨਾਲ ਡਿਸਾਈਡ ਕਰੀਏ, ਜੋ ਕ੍ਰਾਈਟੀਰੀਆ ਹੈਗਾ ਉਹਦੇ ਅਕੋਰਡਿੰਗ ਚੱਲਣ ਦੀ ਕੋਸ਼ਿਸ਼ ਕਰੀਏ। ਜਿੱਥੇ ਸਾਡੇ ਘੱਟ ਨੇ ਪੁਆਇੰਟ, ਅਸੀਂ ਉਹਨੂੰ ਪੂਰਾ ਕਰਨ ਲਈ ਆਲਟਰਨੇਟਿਵ ਲੱਭੀਏ, ਨਾ ਕਿ ਅਸੀਂ ਇਹ ਲੱਭੀਏ ਕਿ ਜੀ ਹੁਣ ਹੋਰ ਕੀ ਤਰੀਕਾ ਹੋਊਗਾ ਜਾਂ ਸਿਰਫ ਆਹੀ ਸੀ ਜੀ ਇਹ ਤਾਂ ਹੋਣਾ ਹੀ ਨਹੀਂ ਸਾਡੇ ਤੋਂ। ਇੱਕ ਐਲੀਜੀਬਿਲਟੀ ਦੀ ਗੱਲ ਹੋ ਗਈ ਹੈ, ਤਾਂ ਹੁਣ ਜਿਹੜੇ ਵੇਟ ਕਰਦੇ ਪਏ ਸੀ ਕੋਵਿਡ ਤੋਂ ਬਾਅਦ ਹੀ ਲੋਕ ਜਿਹੜੇ ਐਕਸਪ੍ਰੈਸ ਐਂਟਰੀ ਡਰਾਅ ਨੂੰ ਲੈ ਕੇ, ਤਾਂ ਦੱਸੋ ਇਹ ਸ਼ੁਰੂਆਤ ਕਦੋਂ ਹੋ ਰਹੀ ਹੈ ਹੁਣ ਇਹ? ਦੇਖੋ ਪਿਛਲੇ ਸਾਲ ਤੱਕ ਤਾਂ ਇਹ ਸੀਗਾ ਕਿ ਜੀ ਸਿਰਫ ਇਕੱਲੇ ਤੁੱਕੇ ਸੀਗੇ ਕਿ ਜੀ ਵੀ ਸ਼ਾਇਦ ਹੁਣ ਆ ਜਾਊਗਾ, ਕਿਉਂਕਿ ਬੰਦ ਹੋਇਆ ਸੀ ਦਸੰਬਰ 2020 'ਚ, 23 ਕੇ 22 ਦਸੰਬਰ 2020 'ਚ ਆਇਆ ਸੀਗਾ ਲਾਸਟ ਡਰਾਅ, ਜਿਹੜਾ 463 ਦੇ ਅਰਾਊਂਡ ਮੇਰੇ ਖਿਆਲ ਸੀਗਾ। ਉਸ ਤੋਂ ਬਾਅਦ ਕੋਈ ਡਰਾਅ ਨਹੀਂ ਆਇਆ FSW ਦਾ, ਸਪੈਸ਼ਲੀ ਜਿਹੜੇ ਆਊਟਸਾਈਡ ਕੈਨੇਡਾ ਸੀਗਾ ਉਹਨਾਂ ਲਈ ਕੋਈ ਡਰਾਅ ਨਹੀਂ ਆਇਆ ਸੀਗਾ। ਫਿਰ ਇੱਕ ਐਕਸਪ੍ਰੈਸ ਦਾ ਇੱਕ ਮੋਡਿਊਲ ਚੱਲਦਾ ਸੀ ਜਿਹੜਾ ਸੀਗਾ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ, ਉਹ ਵੀ ਲਾਸਟ ਦਸੰਬਰ 'ਚ ਉਹਨਾਂ ਨੇ ਬੰਦ ਕਰਤਾ ਸੀਗਾ, ਕਿਉਂਕਿ ਲਾਸਟ ਈਅਰ ਮੇਰੇ ਖਿਆਲ 'ਚ ਉਹਨਾਂ ਦੀ ਪ੍ਰਾਇਓਰਿਟੀ ਤਾਂ ਇਨਸਾਈਡ ਕੈਨੇਡਾ ਜਿਹੜੇ ਸੀਗੇ ਪਹਿਲਾਂ ਉਹਨਾਂ ਨੂੰ ਸੈਟਲ ਕਰਨ ਦੀ ਸੀਗੀ, ਜਿਹੜੇ ਕਿ ਉਹਨਾਂ ਨੇ ਕੀਤੇ ਵੀ। ਫਿਰ 75 ਦਾ ਡਰਾਅ ਆਇਆ, ਫਿਰ ਉਹਨਾਂ ਨੇ ਇੱਕ ਪਬਲਿਕ ਪਾਲਿਸੀ ਦਿੱਤੀ, ਤਾਂ ਉੱਥੋਂ ਵਾਲੇ ਜਿਹੜੇ ਇਨਸਾਈਡ ਕੈਨੇਡਾ ਸੀਗੇ ਉਹ ਕਾਫੀ ਹੱਦ ਤੱਕ ਉਹਨਾਂ ਦੀ ਸੈਟਲਮੈਂਟ ਹੋ ਗਈ ਸੀ। ਬਟ ਹਾਂ, ਜਿਹੜਾ ਕੁਐਸਚਨ ਹੈ ਕਿ ਜੇ ਹੁਣ ਐਕਸਪ੍ਰੈਸ ਐਂਟਰੀ ਜਾਂ ਜਿਹੜੇ ਆਊਟਸਾਈਡ ਕੈਨੇਡਾ ਕੈਂਡੀਡੇਟ ਨੇ ਐਕਸਪ੍ਰੈਸ ਦੇ, ਜਿਨ੍ਹਾਂ ਕੋਲ ਵੈਲਿਡ ਸਕੋਰ ਵੀ ਆ, ਤਾਂ ਬਹੁਤ ਬੰਦੇ ਇੱਦਾਂ ਦੇ ਸੀ ਜਿਨ੍ਹਾਂ ਦਾ ਵੈਲਿਡ ਸਕੋਰ ਸੀ ਬਟ ਪਿਛਲੇ ਸਾਲ ਨਾ ਡਰਾਅ ਆਉਣ ਕਰਕੇ ਉਹਨਾਂ ਦੇ ਪ੍ਰੋਫਾਈਲ ਐਕਸਪਾਇਰ ਹੋ ਗਏ, ਕਿਸੇ ਦੀ ਆਇਲਸ ਐਕਸਪਾਇਰ ਹੋ ਗਈ, ਉਹ ਬਾਹਰ ਹੋ ਗਏ ਹੈ ਨਾ। ਤਾਂ ਦੁਬਾਰੇ ਵੀ ਜਾਂ ਜਿਹੜੇ ਹੁਣ ਵੇਟ ਕਰਦੇ ਨੇ, ਤਾਂ ਐਜ਼ ਪਰ ਰੀਸੈਂਟ ਉਹਨਾਂ ਦੀ ਕੋਈ ਸੀਗੀ ਪ੍ਰੈਸ ਕਾਨਫਰੰਸ ਜਾਂ ਕਹਿ ਲਈ ਕਿ ਇੱਕ ਉਹਨਾਂ ਦਾ ਸੀਗਾ, ਜਿਹਦੇ ਵਿੱਚ ਕੈਨੇਡੀਅਨ ਮਿਨਿਸਟਰ ਨੇ ਦੱਸਿਆ ਸੀ, ਇਮੀਗ੍ਰੇਸ਼ਨ ਮਿਨਿਸਟਰ ਨੇ, ਕਿ ਜੀ 6 ਜੁਲਾਈ ਉਹਨਾਂ ਨੇ ਐਕਸਪੈਕਟਡ ਡੇਟ ਦਿੱਤੀ ਹੈ, 6 ਜੁਲਾਈ ਵੈਨਸਡੇ ਜਿਹੜਾ ਕਮਿੰਗ, ਅਤੇ ਉਦੋਂ ਉਹ ਫੁੱਲ ਆਲ ਪ੍ਰੋਗਰਾਮ ਜਿਹੜਾ ਡਰਾਅ ਹੈਗਾ ਦੇਣ ਦੇ ਉਹਨਾਂ ਨੇ ਦਿੱਤੀ ਹੈ, ਹਿੰਟ ਦਿੱਤਾ ਕਿ ਜੀ ਅਸੀਂ 6 ਜੁਲਾਈ 2020 ਨੂੰ ਆਪਣਾ ਡਰਾਅ ਦੇਵਾਂਗੇ, ਪਹਿਲਾ ਜਿਹੜਾ ਉਹ ਤੋਂ ਬੰਦ ਹੋਇਆ ਉਸ ਤੋਂ ਬਾਅਦ ਹੋਣ। ਤਾਂ ਇਹਦੇ ਨਾਲ ਕਲੀਅਰ ਜੀ ਇੰਡੀਕੇਸ਼ਨ ਇਹ ਵੀ ਹੈ ਕਿ ਸ਼ਾਇਦ ਹੁਣ ਕਿਤੇ ਨਾ ਕਿਤੇ ਜਿਹੜੇ ਆਫਟਰ ਕੋਵਿਡ ਇਫੈਕਟ ਸੀ ਉਹ ਵੀ ਹੁਣ ਸਾਰੇ ਖਤਮ ਹੋਣੇ ਸ਼ੁਰੂ ਹੋ ਜਾਣਗੇ। ਨੋ ਡਾਊਟ ਕਿ ਆਪਾਂ ਬਹੁਤ ਸੁਣਦੇ ਹਾਂ ਕਿ ਜੀ ਬੈਕਲੌਗ ਬਹੁਤ ਵੱਡਾ, ਉਹਨਾਂ ਕੋਲ 2.5 ਮਿਲੀਅਨ ਦਾ ਬੈਕਲੌਗ ਹੋ ਗਿਆ ਇਸ ਟਾਈਮ ਤੱਕ, ਬਟ ਉਹਨਾਂ ਨੇ ਇਹ ਵੀ ਐਡਰੈਸ ਕੀਤਾ ਕਿ ਸਾਡਾ ਬੈਕਲੌਗ ਨੂੰ ਕਲੀਅਰ ਕਰਨ ਲਈ ਵੱਖਰਾ ਸਿਸਟਮ ਚੱਲ ਰਿਹਾ, ਜਿਹੜੀਆਂ ਨਵੀਆਂ ਐਪਲੀਕੇਸ਼ਨ ਲਈ ਉਹਦੇ ਲਈ ਵੱਖਰਾ ਸਿਸਟਮ ਚੱਲ ਰਿਹਾ। ਸੋ ਇੱਕ ਡਰਾਅ, ਜਦੋਂ ਕੋਈ ਡਰਾਅ ਸਿਸਟਮ ਹੁੰਦਾ, ਤਾਂ ਜਿਵੇਂ ਹੁਣ ਕਿਹਾ ਕਿ 6 ਜੁਲਾਈ ਆ, ਤਾਂ ਹੁਣ 6 ਜੁਲਾਈ ਨੂੰ ਸਿਰਫ ਉਹੀ ਬੰਦੇ ਉਹਦੇ ਵਿੱਚ, ਹੁਣ ਸਾਨੂੰ ਨਹੀਂ ਪਤਾ ਕਿ ਐਕਸਪੈਕਟਡ ਡਰਾਅ ਕਿੰਨੇ ਪੁਆਇੰਟ 'ਤੇ ਆਊਗਾ, ਬਟ ਜੇ ਤੁਸੀਂ ਲਾਈਨ 'ਚ ਹੋਵੋਗੇ ਤਾਂ ਹੀ ਤੁਹਾਡੀ ਵਾਰੀ ਆਉਣੀ ਆ। ਸੋ ਜੇ ਤੁਹਾਡਾ ਪ੍ਰੋਫਾਈਲ ਹੋਊਗਾ ਤੁਸੀਂ ਤਾਂ ਹੀ ਐਕਸਪੈਕਟ ਕਰ ਸਕਦੇ, ਜੇ ਤੁਹਾਡਾ ਪ੍ਰੋਫਾਈਲ ਵੀ ਹੈ ਨਹੀਂ ਤਾਂ ਤੁਸੀਂ ਕਿਉਂਕਿ ਨਹੀਂ ਜੀ ਡਰਾਅ ਤਾਂ ਬਹੁਤ ਵੱਡੇ ਆਉਂਦੇ ਨੇ, ਸਾਨੂੰ ਤਾਂ ਕੋਈ ਫਾਇਦਾ ਨਹੀਂ, ਬਟ ਕਿਉਂਕਿ ਉਹਨਾਂ ਦਾ ਕੋਈ ਪਤਾ ਨਹੀਂ ਕਿ ਉਹਨਾਂ ਨੇ ਡਰਾਅ ਦੇਣਾ ਕਿੰਨਾ ਹੈ ਨਾ। ਬਟ ਹਾਂ, ਜੇ ਐਜ਼ ਪਰ ਫਿਗਰਸ ਚੱਲੀਏ ਤਾਂ ਉਹਨਾਂ ਦੇ CRS ਕੈਲਕੂਲੇਟਰ ਸਾਈਟ 'ਤੇ ਤੁਸੀਂ ਜਾਓਗੇ ਤਾਂ ਹਰ ਇੱਕ ਪੁਆਇੰਟ ਵਾਈਜ਼ ਨਾ ਉਹਨਾਂ ਨੇ ਦਿੱਤਾ ਹੋਇਆ ਕਿ ਇੰਨੇ ਤੋਂ ਇੰਨੇ ਪੁਆਇੰਟ ਤੱਕ ਸਾਡੇ ਕੋਲ ਕਿੰਨੇ ਕੈਂਡੀਡੇਟ ਨੇ। ਜਿਵੇਂ ਹੁਣ ਐਕਸਪੈਕਟੇਸ਼ਨ ਦੀ ਗੱਲ ਕਰੀਏ ਜਾਂ ਫੈਕਟਸ ਅਤੇ ਫਿਗਰਸ 'ਤੇ ਚੱਲੀਏ ਅਸੀਂ, ਤਾਂ 451 ਤੋਂ ਲੈ ਕੇ 500 ਤੱਕ ਆਲਮੋਸਟ ਮੋਰ ਦੈਨ 50,000 ਐਪਲੀਕੈਂਟ ਨੇ। ਤਾਂ ਹੁਣ ਉਹ ਦੇਖ ਕੇ ਵੀ ਸਾਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਉਹਦੇ 'ਚ ਕੀ ਹੁੰਦਾ ਕਿ ਮੰਨ ਲਓ ਮੇਰੇ ਵੀ 451 ਨੇ, ਤੁਹਾਡੇ ਵੀ 451 ਨੇ, ਤੁਹਾਡੇ ਵੀ 451 ਨੇ, ਤਾਂ ਇੱਕ ਪੁਆਇੰਟ 'ਤੇ 3 ਬੰਦੇ ਹੋ ਜਾਂਦੇ। ਬਟ ਜਿਹੜਾ ਐਕਸਪੈਕਟਡ ਜਿਹਾ ਹੈਗਾ, ਕਿਉਂਕਿ ਜਦੋਂ ਡਰਾਅ ਹੁੰਦਾ ਨਾ ਤਾਂ ਉਹਦੀ ਕਾਊਂਟਿੰਗ ਹੁੰਦੀ ਆ ਕਿ ਜੀ 5000 ਬੰਦੇ ਨੂੰ ਇਨਵੀਟੇਸ਼ਨ ਦੇਣਾ, 6000 ਨੂੰ ਦੇਣਾ, 10000 ਨੂੰ ਦੇਣਾ, ਤਾਂ 15000 ਨੂੰ, ਤਾਂ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਵੀ ਹਾਂ ਇੱਕੋ ਵਨ ਟਾਈਮ ਉਹ 50,000 ਬੰਦੇ ਨੂੰ ਕਹਿ ਦੇਣਗੇ ਕਿ ਚਲੋ ਆ ਚੱਕੋ ਡਰਾਅ ਇਹਨੇ। ਹਾਂ, ਜਿਹੜੀ ਐਕਸਪੈਕਟਡ ਜੀ ਹੈਗੀ ਹੈ, ਮਤਲਬ ਜਿਹੜੀ ਕਹਿ ਲਓ ਕਿ ਗੈਸ ਵਰਕ ਆ, ਉਹ ਇੰਨਾ ਕੀ ਕੰਮ ਕਰਦਾ ਕਿ ਇਟ ਵਿਲ ਬੀ ਮੋਰ ਦੈਨ ਡੈਫੀਨੇਟਲੀ ਮੋਰ ਦੈਨ 470, ਕਿਉਂਕਿ ਲਾਸਟ ਡਰਾਅ ਹੋਇਆ ਸੀ ਉਹ ਤੋਂ ਥੋੜ੍ਹਾ ਵੱਧ ਹੀ ਹੋਏਗਾ। 470 ਤੋਂ ਲੈ ਕੇ 500 ਤੱਕ ਦੀ ਐਕਸਪੈਕਟੇਸ਼ਨਸ ਨੇ, ਜਾਂ ਫਿਰ ਇਹ ਹੋ ਸਕਦਾ ਸਿੱਧਾ ਫੰਡਾ ਕਿ ਜੀ ਪਹਿਲਾ ਡਰਾਅ 500 ਜਾਂ 500 ਪਲੱਸ ਦਾ ਹੋਊਗਾ, ਤਾਂ ਉਸ ਤੋਂ ਬਾਅਦ ਉਹ ਸੈਕਿੰਡ ਅਤੇ ਥਰਡ ਡਰਾਅ 'ਚ ਨੋਰਮਲ ਜਿਹੜਾ ਪਹਿਲਾਂ ਹੁੰਦਾ ਸੀਗਾ ਕਿ 470 475 ਜਾਂ ਕਦੇ ਉਹ ਬਹੁਤ ਬਿਲੋ ਆ ਜਾਂਦੇ ਸੀ ਕਿ 460 ਤੱਕ ਵੀ ਆ ਜਾਂਦੇ ਸੀਗੇ। ਤਾਂ ਉਹ ਇੱਕ ਹੈਗੀ ਫੈਕਟ, ਬਾਏ ਫੈਕਟ ਚੱਲੋਗੇ ਤਾਂ ਇਹੀ ਦੋ ਐਕਸਪੈਕਟੇਸ਼ਨ ਨੇ, ਈਦਰ ਦੇ ਸਟਾਰਟ ਫਰੋਮ 470 ਜਾਂ ਫਿਰ ਉਹ 500 ਤੋਂ ਸਟਾਰਟ ਕਰਨਗੇ ਜਾਂ 500 ਪਲੱਸ ਤੋਂ, ਕਿ ਜਿਨ੍ਹਾਂ ਦਾ CRS ਹੋਣਾ ਬਣਨਾ। ਇੱਕ ਮੇਰਾ ਅਖੀਰਲਾ ਸਵਾਲ ਹੈ ਜਿਸ ਦੇ ਵਿੱਚ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਹੋਣਗੇ, ਜਿਹੜੇ ਕੈਂਡੀਡੇਟ ਹੋਣਗੇ ਜਾਂ ਕੋਈ ਵੀ ਜਿਹੜਾ ਅਪਲਾਈ ਕਰਨਾ ਚਾਹੁੰਦਾ ਹੈ, ਅਗਰ ਉਹਨਾਂ ਨੇ ਮੰਨ ਲਓ ਘੱਟ ਨੇ ਪੁਆਇੰਟਸ ਬਣ ਰਹੇ, ਤਾਂ ਉਹ ਕੀ ਕਰਨਗੇ, ਕਿਸ ਤਰੀਕੇ ਦੇ ਨਾਲ ਫਿਰ ਉਹ ਆਪਣਾ ਸੋਲੂਸ਼ਨ ਕੱਢ ਸਕਦੇ ਨੇ, ਅਤੇ ਅਖੀਰ ਦੇ ਵਿੱਚ ਉਹਨਾਂ ਨੂੰ ਸਲਾਹ ਕੀ ਦੇਣਾ ਚਾਹੁੰਦੇ ਤੁਸੀਂ? ਜਿਵੇਂ ਪਿਛਲੇ ਕੁਐਸਚਨ ਜੀ ਤੁਹਾਡਾ ਮੈਂ ਇਹ ਵੀ ਕਵਰ ਕਰਤਾ ਸੀਗਾ ਕਿ ਦੇਖੋ
ਮੈਕਸਿਮਮ ਕਾਊਂਟਿੰਗ ਜਿਹੜੀ ਹੁੰਦੀ ਆ ਉਹ ਸਾਡੇ ਇਹੀ ਹੁੰਦੀ ਹੈ ਕਿ ਜੀ ਮੇਰਾ ਤਾਂ ਐਲੀਜੀਬਲ ਨਹੀਂ ਹੈਗਾ ਜਾਂ ਮੇਰੇ ਪੁਆਇੰਟ ਘੱਟ ਬਣਦੇ ਆ ਤਾਂ ਨਹੀਂ ਲੇਕਿਨ ਉਮੀਦ ਇੱਕ ਹੁੰਦੀ ਹੈ ਨਾ ਵੀ ਹਾਂ ਮੇਰੇ ਹੋ ਸਕਦਾ ਕਿਸੇ ਤਰੀਕੇ ਨਾਲ ਹੀਲਾ ਹੋ ਸਕਦਾ ਹੈ। ਦੋ ਤਰੀਕੇ ਨੇ, ਜਾਂ ਤਾਂ ਫਿਰ ਇਹ ਹੈ ਕਿ ਪ੍ਰੋਫਾਈਲ ਬਣਾਓ ਤੇ ਛੱਡ ਕੇ ਬੈਠ ਜਾਓ। ਮੇਬੀ ਇਹ ਤੇ ਹੁਣ ਨਾ ਦੋ ਫੈਕਟਰ ਹੋਰ ਕੰਮ ਕਰਦੇ ਨੇ। ਤੁਹਾਡਾ ਪ੍ਰੋਫੈਸ਼ਨ ਮੇਬੀ ਜਰਨਲਿਜ਼ਮ ਆ, ਤੁਹਾਡਾ ਨੌਕਆਊਟ ਡਿਫਰੈਂਟ ਆ, ਮੇਰਾ ਟੀਚਿੰਗ ਆ, ਮੇਰਾ ਨੌਕਆਊਟ ਡਿਫਰਿੰਗ ਆ। ਉਹ ਜੇ ਮਕੈਨਿਕ ਨੇ ਤਾਂ ਉਹਨਾਂ ਦਾ ਡਿਫਰੈਂਟ ਆ। ਬਟ ਕਹਿਣ ਨੂੰ ਅਸੀਂ ਸੇਮ ਇੱਕੋ ਜਿਹੇ ਆਪਾਂ ਕਹਿ ਸਕਦੇ ਹਾਂ, ਜਿਵੇਂ ਆਮ ਸਾਡੇ ਗੱਲ ਹੁੰਦੀ ਉਹ ਵੀ ਮੇਰੇ ਨਾਲ ਦਾ ਸੀ, ਉਹਨੂੰ ਆ ਗਿਆ ਜੀ ਮੈਨੂੰ ਨਹੀਂ ਆਇਆ, ਉਹਦਾ ਵੀ ਇੰਨਾ ਘੱਟ ਸਕੋਰ ਸੀ। ਤਾਂ ਹੁੰਦਾ ਕੀ ਆ ਕਿ ਕਈ ਵਾਰੀ ਸਟੈਨੋ ਸਟੇਟ ਨੋਮੀਨੇਸ਼ਨ ਨਾ ਆਪਣੇ ਆਪ ਇਨਵਾਈਟ ਕਰ ਲੈਂਦੇ, ਉਹਦੇ ਲਈ ਕੋਈ ਜੋਬ ਆਫਰ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਕਿਸੇ ਚੀਜ਼ ਦੀ ਲੋੜ ਹੁੰਦੀ, ਬਟ ਤੁਹਾਡਾ ਪ੍ਰੋਫਾਈਲ ਬਣਿਆ ਹੋਣਾ ਚਾਹੀਦਾ। ਤਾਂ ਉਹ ਰੈਂਡਮ ਵੀ ਸਿਲੈਕਟ ਕਰਦੇ ਨੇ। ਤਾਂ ਰੈਂਡਮ ਸਿਲੈਕਟ ਕਰਨ ਦਾ ਮੈਥਡ ਕੀ ਆ ਕਿ ਮੇਬੀ ਸ਼ਾਇਦ ਉਹ ਜਿਹੜਾ ਆਕੂਪੇਸ਼ਨ ਤੁਹਾਡੇ ਕੋਲੇ ਆ ਜਾਂ ਜਿੰਨੇ ਪੁਆਇੰਟ ਤੁਹਾਡੇ ਕੋਲੇ ਨੇ, ਤੁਸੀਂ ਉਸ ਸਟੇਟ ਦੀ ਨੋਮੀਨੇਸ਼ਨ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਪੂਰਾ ਕਰਦੇ ਹੋ ਅਤੇ ਉਹਨਾਂ ਦਾ ਉਹ ਵਾਲਾ ਤੁਹਾਡਾ ਆਕੂਪੇਸ਼ਨ ਜਿਹੜਾ ਆਕੂਪੇਸ਼ਨ ਇਨ ਡਿਮਾਂਡ ਆ ਉੱਥੇ, ਜਾਂ ਆਕੂਪੇਸ਼ਨ ਜਿਹੜਾ ਹੈਗਾ ਕਿ ਉੱਥੇ ਸ਼ਾਰਟਫਾਲ ਦੇ ਵਿੱਚ ਹੈਗਾ ਕਿ ਉਹਦੇ ਬੰਦੇ ਨਹੀਂ ਹੈਗੇ ਉਹਨੇ, ਤਾਂ ਉਹ ਇੱਕ ਕੇਸ ਹੋ ਜਾਂਦਾ। ਜਾਂ ਫਿਰ ਕੀ ਆ ਕਿ ਤੁਸੀਂ ਬਣਾਓ ਇੱਕ ਵਾਰੀ ਪ੍ਰੋਫਾਈਲ, ਉਹਦੀ ਵੇਟ ਕਰੋ ਜਿੰਨਾ ਵੀ ਤੁਹਾਡਾ ਸਕੋਰ ਆ ਕਿ ਕੁਛ ਨਹੀਂ ਆਉਂਦਾ। ਹਾਂ, ਨਾਲ ਦੀ ਨਾਲ ਤੁਸੀਂ ਟਰਾਈ ਕਰ ਸਕਦੇ ਹੋ, ਤੁਸੀਂ ਆਪਣੇ ਆਇਲਸ ਦੇ ਸਕੋਰ 'ਤੇ ਕੰਮ ਕਰ ਸਕਦੇ ਹੋ। ਜੇ ਮੈਰਿਡ ਹੋ ਤਾਂ ਆਪਣੇ ਪਾਰਟਨਰ ਦੇ ਸਕੋਰ 'ਤੇ ਕੰਮ ਕਰ ਸਕਦੇ ਹੋ। ਤੁਸੀਂ ਫਰੈਂਚ ਲੈਂਗੁਏਜ 'ਤੇ ਵਰਕਆਊਟ ਕਰ ਸਕਦੇ ਹੋ। ਉਹ ਤੋਂ ਇਲਾਵਾ ਤੁਸੀਂ ਕੈਨੇਡੀਅਨ ਜੋਬ ਆਫਰ 'ਤੇ ਕੰਮ ਕਰ ਸਕਦੇ ਹੋ। ਦੈਨ ਫਿਰ ਅਗੇਨ ਡਿਫਰੈਂਟ PNP ਮੋਡਿਊਲਸ ਬਾਰੇ ਸਰਚ ਕਰੋ। ਮੇਬੀ ਹੋ ਸਕਦਾ ਕਿਤੇ ਨਾ ਕਿਤੇ ਤੁਹਾਡੀ ਐਲੀਜੀਬਿਲਟੀ ਬਣਦੀ ਹੋਵੇ, ਤੁਸੀਂ ਮਿਨੀਮਮ ਉਹਨਾਂ ਦੇ ਮਿਨੀਮਮ ਜਿਹੜੇ ਸਟੇਟ ਦੇ ਮਿਨੀਮਮ ਪੁਆਇੰਟਸ ਨੇ ਤੁਸੀਂ ਉਹਨਾਂ ਨੂੰ ਮੇਬੀ ਐਕਸੈਪਟ ਕਰਦੇ ਹੋ, ਜਾਂ ਤੁਸੀਂ ਉਹਨਾਂ ਦੇ ਅਕੋਰਡਿੰਗ ਪੈਰਾਮੀਟਰਸ ਦੇ ਅਕੋਰਡਿੰਗ ਫਿੱਟ ਬੈਠਦੇ ਹੋਵੋ, ਤਾਂ ਇਹ ਵੀ ਹੋ ਸਕਦਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ ਗਗਨਦੀਪ ਸਿੰਘ ਖਰੜਾ ਜੀ ਗਲੋਬਲ ਅਚੀਵਰ ਤੋਂ, ਅਤੇ ਤੁਹਾਨੂੰ ਉਮੀਦ ਕਰਦੇ ਕਿ ਸਾਰੀ ਇਨਫੋਰਮੇਸ਼ਨ ਮਿਲ ਗਈ ਹੋਵੇਗੀ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਇਸ ਡਰਾਅ ਦੇ ਵਿੱਚ ਅਗਰ ਨਿਕਲਦਾ ਤਾਂ ਉਸ ਤੋਂ ਬਾਅਦ ਕਿੱਦਾਂ ਅਪਲਾਈ ਕਰ ਸਕਦੇ ਹੋ ਐਕਸਪ੍ਰੈਸ ਐਂਟਰੀ ਦੇ ਵਿੱਚ, ਅਤੇ ਆਪਣੀ ਫਾਈਲ ਜਿਹੜੀ ਲਗਾ ਸਕਦੇ ਹੋ। ਸੋ ਵੈਰੀ ਅਪਡੇਟਸ ਜੁੜੇ ਰਹੋ ਟਾਈਮਸ ਨਾਲ।